ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਵਾਗਤ ਹੈ ਆਪਣੇ ਤਿਆਰੀ ਦੇ 17ਵੇਂ ਦਿਨ NCERT ਅਤੀਤ ਦੇ ਲੈਕਚਰ 5 ਵਿੱਚ। ਆਪਾਂ ਜੋ ਅੱਜ ਗੱਲ ਕਰਨੀ ਹੈ ਉਹ ਆਪਾਂ ਗੱਲ ਕਰਨੀ ਹੈ ਗੁਪਤਾ ਤੇ ਹਰਸ਼ਾ ਸਾਮਰਾਜ ਦੇ ਬਾਰੇ। ਇਹ ਦੋਨੋਂ ਆਪਣੇ ਬਹੁਤ ਇੰਪੋਰਟੈਂਟ ਇੰਪਾਇਰ ਰਹੇ ਆ, ਆਪਣੇ ਸਾਮਰਾਜ ਰਹੇ ਆ, ਠੀਕ ਹੈ। ਇਹ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਗੁਪਤਾ ਸਾਮਰਾਜ ਦੇ ਬਾਰੇ। ਦੇਖੋ, ਜਿਹੜੇ ਗੁਪਤਾਸ ਦਾ ਇੰਪਾਇਰ ਸੀਗਾ, ਗੁਪਤਾਸ ਦਾ ਜਿਹੜਾ ਟਾਈਮ ਸੀ, ਉਹ ਆਲਮੋਸਟ ਭਾਰਤ ਵਿੱਚ ਉਹਨਾਂ ਨੇ 400 ਸਾਲ ਰਾਜ ਕੀਤਾ। ਪਰ ਗੁਪਤਾਸ ਦੇ ਆਪਣੇ ਖੁਦ ਦੇ ਰਾਜ ਨੂੰ ਆਪਾਂ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ। ਇੱਕ ਆਪਾਂ ਕਹਿ ਦਾਂਗੇ ਪਹਿਲਾਂ ਵਾਲੇ ਗੁਪਤਾਸ ਤੇ ਦੂਜੇ ਬਾਅਦ ਵਾਲੇ ਗੁਪਤਾਸ। ਜਿਹੜੇ ਪਹਿਲਾਂ ਵਾਲੇ ਗੁਪਤਾਸ ਤੇ ਬਾਅਦ ਵਾਲੇ ਗੁਪਤਾਸ ਸੀ, ਇਹਨਾਂ ਵਿੱਚ ਫਰਕ ਕੀ ਸੀ ਕਿ ਪਹਿਲਾਂ ਵਾਲੇ ਗੁਪਤਾਸ ਕੋਲੇ ਇਹ ਬਹੁਤ ਸਾਰਾ ਪੈਸਾ ਸੀ, ਠੀਕ ਹੈ। ਕਿੱਥੋਂ ਆਪਾਂ ਨੂੰ ਪਤਾ ਚੱਲਦਾ? ਇਹਨਾਂ ਕੋਲੇ ਸੋਨਾ ਬਹੁਤ ਸੀ, ਠੀਕ ਹੈ। ਤੇ ਬਹੁਤ ਹੀ ਪਿਓਰ ਕੁਆਲਿਟੀ ਦੇ ਇਹਨਾਂ ਨੇ ਸੋਨੇ ਦੇ ਸਿੱਕੇ ਬਣਾਏ ਸੀ। ਦੇਖੋ, ਸੋਨੇ ਦੇ ਸਿੱਕੇ ਪਿਓਰ ਕੁਆਲਿਟੀ ਦੇ ਬੰਦਾ ਉਦੋਂ ਹੀ ਬਣਾ ਸਕਦਾ ਹੈ ਜੋ ਬੰਦੇ ਕੋਲੇ ਐਕਚੁਅਲੀ ਸੋਨਾ ਬਹੁਤ ਹੋਵੇ। ਜੇ ਤਾਂ ਮੇਰੇ ਕੋਲੇ ਮੇਰੇ ਇੰਪਾਇਰ ਸੋਨਾ ਬਹੁਤ ਆ ਰਿਹਾ, ਮੈਂ ਤਾਂ ਹੀ ਸਿੱਕੇ ਚੰਗੀ ਕੁਆਲਿਟੀ ਦੇ ਬਣਾ ਸਕਦਾ। ਜੇ ਮੇਰੇ ਕੋਲੇ ਸੋਨਾ ਹੀ ਨਹੀਂ ਹੈਗਾ, ਮੈਂ ਸੋਨੇ ਦੇ ਸਿੱਕੇ ਕਿੱਥੋਂ ਬਣਵਾ ਲੂੰਗਾ? ਇਹਦਾ ਜੋ ਮੇਨ ਕਾਰਨ ਸੀ ਕਿ ਗੁਪਤਾ ਇੰਪਾਇਰ ਇੰਨਾ ਕਿਉਂ ਅਮੀਰ ਸੀ, ਦੇਖੋ, ਜਿਹੜਾ ਦੁਨੀਆ ਭਰ ਵਿੱਚ ਉਸ ਟਾਈਮ ਚੱਲਣ ਵਾਲਾ ਸਿਲਕ ਰੂਟ ਸੀਗਾ ਤੁਹਾਡਾ, ਜਿਹੜਾ ਚਾਈਨਾ ਤੋਂ ਸ਼ੁਰੂ ਹੋ ਕੇ ਭਾਰਤ ਤੋਂ, ਮਤਲਬ ਚੀਨ ਤੋਂ ਸ਼ੁਰੂ ਹੋ ਕੇ ਭਾਰਤ ਤੋਂ ਨਿਕਲਦੇ ਹੋਏ ਤੁਹਾਡੇ ਯੂਰਪ ਤੱਕ ਜਾਂਦਾ ਸੀ। ਇਹ ਕਿਉਂਕਿ ਆਪਣੇ ਜੰਮੂ ਕਸ਼ਮੀਰ ਦੇ ਏਰੀਆ ਤੋਂ ਨਿਕਲਦਾ ਸੀ, ਇਹਦੇ ਉੱਤੇ ਤੁਹਾਡੇ ਗੁਪਤਾਸ ਕਬਜ਼ਾ ਕਰਕੇ ਬੈਠੇ ਹੋਏ ਸੀ। ਮਤਲਬ ਭਾਰਤ ਵਾਲੇ ਇਲਾਕੇ ਦੇ ਇੱਥੇ ਇਹਨਾਂ ਦਾ ਕਬਜ਼ਾ ਸੀ। ਇਹਦੇ ਉੱਤੇ ਇਹਨਾਂ ਨੇ ਕਰ ਲਗਾਇਆ, ਟੈਕਸ ਲਗਾਉਂਦੇ ਸੀ ਇਹਦੇ ਉੱਤੇ, ਤੇ ਉਸ ਟੈਕਸ ਤੋਂ ਇਹਨਾਂ ਨੇ ਬਹੁਤ ਪੈਸੇ ਕਮਾਏ। ਕਿਉਂਕਿ ਬਸ ਤੁਹਾਨੂੰ ਟੋਲ ਲਗਾਣੇ ਹੈ, ਤੇ ਜੇ ਕਿਸੇ ਨੇ ਪਾਸ ਕਰਨਾ ਹੈ, ਉਹ ਬੰਦੇ ਨੂੰ ਟੋਲ ਦੇਣਾ ਪਊਗਾ। ਟੋਲ ਦੇ ਕੇ ਉਹ ਅੱਗੇ ਜਾ ਸਕਦਾ। ਤਾਂ ਬਸ, ਮਤਲਬ ਤੁਹਾਨੂੰ ਕੋਈ ਪ੍ਰੋਡਕਸ਼ਨ ਕਰਨ ਦੀ ਲੋੜ ਨਹੀਂ, ਕੁਝ ਕਰਨ ਦੀ ਲੋੜ ਨਹੀਂ। ਲੋਕੀ ਜਿਹੜੇ ਟ੍ਰੇਡ ਕਰ ਰਹੇ ਆ, ਬਸ ਤੁਹਾਨੂੰ ਪੈਸੇ ਦਿੰਦੇ ਜਾ ਰਹੇ ਆ। ਜਿਹੜੇ ਬਾਅਦ ਵਾਲੇ ਗੁਪਤਾਸ ਹੈ, ਇਹ ਬਹੁਤ ਹੀ ਜ਼ਿਆਦਾ ਗਰੀਬ ਹੋ ਗਏ ਸੀ, ਠੀਕ ਹੈ। ਇਹ ਲੋਕ ਬਹੁਤ ਜ਼ਿਆਦਾ ਗਰੀਬ ਸੀ। ਇਹਨਾਂ ਦੀ ਗਰੀਬੀ ਦਾ ਕਾਰਨ ਕੀ ਸੀ? ਇਹਨਾਂ ਦੇ ਗਰੀਬੀ ਦੇ ਟਾਈਮ ਨਾਲ ਦੋ ਚੀਜ਼ਾਂ ਹੋ ਗਈਆਂ ਸੀ। ਇੱਕ ਤਾਂ ਜਿਹੜਾ ਸਿਲਕ ਰੂਟ ਸੀ, ਸਿਲਕ ਰੂਟ ਤੁਹਾਡਾ ਖਤਮ ਹੋ ਗਿਆ ਸੀ। ਕਿਉਂਕਿ ਤੁਹਾਡਾ ਇਸਲਾਮ ਜਦੋਂ ਆਇਆ, ਇਸਲਾਮ ਤੋਂ ਬਾਅਦ ਜਿਹੜਾ ਤੁਹਾਡਾ ਸੈਂਟਰਲ ਏਸ਼ੀਆ ਤੇ ਤੁਹਾਡਾ ਮਿਡਲ ਈਸਟ ਦਾ ਇਲਾਕਾ, ਇਸ ਪਾਸੇ ਬਹੁਤ ਸਾਰੇ ਨਾ ਤੁਹਾਡੇ ਯੁੱਧ ਹੋਣ ਲੱਗ ਗਏ ਸੀ। ਉਹ ਲੜਾਈਆਂ ਦੇ ਕਾਰਨ ਤੁਹਾਡੇ ਸਿਲਕ ਰੂਟ ਤੋਂ ਤੁਹਾਡੇ ਟ੍ਰੇਡਰਸ ਨੇ ਟਰੈਵਲ ਕਰਨਾ ਬੰਦ ਕਰਤਾ ਸੀ, ਕਿਉਂਕਿ ਲੁੱਟ ਮਾਰ ਬਹੁਤ ਜ਼ਿਆਦਾ ਹੋਣ ਲੱਗੀ ਸੀ। ਇਸ ਕਾਰਨ ਸਿਲਕ ਰੂਟ ਖਤਮ ਹੋਇਆ, ਤਾਂ ਜਿਹੜਾ ਆਪਾਂ ਟੋਲ ਟੈਕਸ ਲਾਈ ਜਾ ਰਹੇ ਸੀ, ਉਹ ਟੈਕਸ ਖਤਮ ਹੋ ਗਿਆ। ਇਹਦੇ ਇਲਾਵਾ ਦੁਨੀਆ, ਇਸ ਕਾਰਨ ਇਹ ਲੋਕ ਬਹੁਤ ਹੀ ਜ਼ਿਆਦਾ ਹੋਰ ਵੀ, ਮਤਲਬ ਸੋਨੇ ਚਾਂਦੀ ਦੀ ਹੀ ਕਮੀ ਹੋਗੀ, ਤਾਂ ਤੁਸੀਂ ਹੁਣ ਸਿੱਕੇ ਕਿੱਦਾਂ ਬਣਾਓਗੇ? ਤਾਂ ਇਹਨਾਂ ਦੇ ਟਾਈਮ ਤੇ ਇੱਕ ਟਾਈਮ ਇਹ ਵੀ ਰਿਹਾ ਕਿ ਜਿਹੜੀ ਕਰੰਸੀ ਹੈ ਨਾ, ਕਰੰਸੀ ਲਈ ਨਾ ਇਹ ਪੋਟਲੀਆਂ ਇਦਾਂ ਬੰਨ ਕੇ ਦੇਣ ਲੱਗ ਗਏ ਸੀ, ਜਿਹਦੇ ਅੰਦਰ ਲੋਹੇ ਦੇ ਛੋਟੇ ਛੋਟੇ ਟੁਕੜੇ ਹੁੰਦੇ ਸੀ। ਬਸ ਉਹ ਜਿੰਨਾ ਉਹਦਾ weight ਹੈ, ਉਹ ਬਸ ਉਨੀ ਕਰੰਸੀ ਮੰਨੀ ਜਾਂਦੀ ਸੀ। ਤਾਂ ਇਸ ਲਈ ਆਪਾਂ ਇਹ ਚੀਜ਼ ਹੈ, ਆਪਾਂ ਇਹ ਇੱਥੇ ਨਹੀਂ ਪੜ੍ਹਦੇ, ਆਪਾਂ ਬਾਅਦ ਜਦੋਂ ਇਤਿਹਾਸ ਦਾ ਦੁਆਰਾ ਤੋਂ ਪ੍ਰੋਪਰ ਸਬਜੈਕਟ ਦੇ ਤੌਰ ਤੇ ਪੜਾਂਗੇ। ਜੇ ਆਪਾਂ NCERT ਤਾਂ ਬੇਸ ਬਣਾ ਰਹੇ ਹਾਂ, ਉੱਥੇ ਇਹ ਚੀਜ਼ਾਂ ਡਿਟੇਲ ਵਿੱਚ ਪੜਾਂਗੇ ਕਿ ਕਿਉਂਕਿ ਇਹ ਮੇਨਸ ਦਾ ਤੁਹਾਡਾ UPSC ਵਿੱਚ ਪ੍ਰੀਵੀਅਸ ਈਅਰ ਪੇਪਰ ਦਾ ਕੁਐਸਚਨ ਵੀ ਰਿਹਾ, ਤਾਂ ਆਪਾਂ ਇਹ ਸਾਰੀਆਂ ਚੀਜ਼ਾਂ ਉੱਥੇ ਸਟੱਡੀ ਕਰਾਂਗੇ। ਹਜੇ ਆਪਾਂ ਸਿਰਫ ਜਿੰਨਾ NCERT ਦੇ ਕੁਝ ਇੰਪੋਰਟੈਂਟ ਰਾਜਿਆਂ ਤੇ ਉਹਨਾਂ ਦੇ ਮੇਨ ਚੀਜ਼ਾਂ ਉੱਤੇ ਆਪਾਂ ਫੋਕਸ ਕਰ ਰਹੇ ਹਾਂ NCERT ਤੇ, ਜਿਵੇਂ ਸਮੁੰਦਰਗੁਪਤ। ਇਹ ਵਨ ਆਫ ਦੀ ਇੰਪੋਰਟੈਂਟ ਰੂਲਰਸ ਹੈ ਤੁਹਾਡੇ ਗੁਪਤਾ ਇੰਪਾਇਰ ਦਾ, ਠੀਕ ਹੈ। ਦੇਖੋ, ਇਹ ਜਿਹੜਾ ਤੁਹਾਡੇ ਗੁਪਤਾ ਇੰਪਾਇਰ ਦਾ, ਮਤਲਬ ਜੋ ਸਮੁੰਦਰਗੁਪਤ ਹੈ, ਕਿਉਂ ਫੇਮਸ ਹੈ? ਸਮੁੰਦਰਗੁਪਤ ਨੇ ਬਹੁਤ ਸਾਰੀ ਲੜਾਈਆਂ ਲੜੀਆਂ, ਬਹੁਤ ਸਾਰੇ ਇਲਾਕੇ ਜਿੱਤੇ ਆ। ਇਹਦੇ ਇਲਾਵਾ ਸਮੁੰਦਰਗੁਪਤ ਨੂੰ ਮਿਊਜ਼ਿਕ ਦਾ ਵੀ ਸ਼ੌਂਕ ਸੀ, ਉਹਨੂੰ ਵੀਨਾ ਇੰਸਟਰੂਮੈਂਟ ਵਜਾਉਣਾ ਆਉਂਦਾ ਸੀ, ਠੀਕ ਹੈ। ਇਹ ਆਪਾਂ ਨੂੰ ਸਾਰੀ ਜਾਣਕਾਰੀ ਕਿੱਦਾਂ ਪਤਾ ਚੱਲਦੀ ਹੈ? ਦੇਖੋ, ਜਿਹੜਾ ਅਲਾਹਾਬਾਦ ਵਿੱਚ ਤੁਹਾਡਾ ਅਸ਼ੋਕਨ ਪਿੱਲਰ ਲੱਗਿਆ ਹੋਇਆ ਨਾ, ਉੱਥੇ ਤੁਹਾਡੇ ਇਹਨਾਂ ਦੇ ਕੋਰਟ ਵਿੱਚ ਨਾ ਇੱਕ ਪੋਇਟ ਸੀਗਾ, ਕਵੀ ਸੀਗਾ, ਹਰੀ ਸੇਨ। ਹਰੀ ਸੇਨ ਨੇ ਅਲਾਹਾਬਾਦ ਦੇ ਪਿੱਲਰ ਤੇ ਸੰਸਕ੍ਰਿਤ ਭਾਸ਼ਾ ਵਿੱਚ ਇਹ ਸਾਰਾ ਕੁਝ ਲਿਖਿਆ ਹੋਇਆ ਕਿ ਸਮੁੰਦਰਗੁਪਤ ਨੇ ਕਿਹੜੀਆਂ ਲੜਾਈਆਂ ਲੜੀਆਂ, ਸਮੁੰਦਰਗੁਪਤ ਦੀ ਕਿਹੜੀ ਕੁਆਲਿਟੀ ਸੀਗੀਆਂ, ਠੀਕ ਹੈ, ਉਹਦੀ ਮਤਲਬ ਪਰਸਨੈਲਿਟੀ ਕੀ ਸੀ, ਉਹ ਸਭ ਕੁਝ ਬਾਰੇ ਇਸ ਅਲਾਹਾਬਾਦ ਪਿੱਲਰ ਉੱਤੇ ਲਿਖਿਆ ਹੋਇਆ। ਤਾਂ ਆਪਾਂ ਅਲਾਹਾਬਾਦ ਪਿੱਲਰ ਨੂੰ ਪੜ੍ਹ ਕੇ ਤੇ ਹੋਰ ਸੋਰਸਸ ਤੋਂ ਕਨਫਰਮ ਕਰਕੇ ਪਤਾ ਲੱਗ ਜਾਂਦਾ ਹੈ ਕਿ ਹਾਂ, ਸਮੁੰਦਰਗੁਪਤ ਐਕਚੁਅਲੀ ਬਹੁਤ ਮਹਾਨ ਰਾਜਾ ਰਿਹਾ, ਠੀਕ ਹੈ। ਇਹਨੂੰ ਨੈਪੋਲੀਅਨ ਆਫ ਇੰਡੀਆ ਵੀ ਬੋਲਿਆ ਜਾਂਦਾ ਹੈ, ਕਿਉਂਕਿ ਇਹਨੇ ਬਹੁਤ ਲੜਾਈਆਂ ਲੜੀਆਂ, ਬਹੁਤ ਆਪਣਾ ਇੰਪਾਇਰ ਫੈਲਾਇਆ। ਇਸੇ ਅਲਾਹਾਬਾਦ ਪਿਲਰ ਉੱਤੇ ਹਰੀ ਸੇਨ ਨੇ ਡਿਸਕ੍ਰਾਈਬ ਕੀਤਾ
ਥੋੜੇ ਸਮੁੰਦਰਗੁਪਤ ਦੀ ਸਾਰੀ ਲੜਾਈਆਂ ਨੂੰ 4 ਭਾਗ ਵਿੱਚ, ਕਿ ਸਮੁੰਦਰਗੁਪਤ ਦੀ ਸਾਰੀ ਲੜਾਈਆਂ ਨੂੰ ਆਪਾਂ 4 ਭਾਗ ਵਿੱਚ, ਮਤਲਬ ਉਹਦੇ ਜੋ ਉਹਨੇ ਸਾਮਰਾਜ ਆਪਣਾ ਫੈਲਾਇਆ ਉਹਨੂੰ ਆਪਾਂ 4 ਭਾਗਾਂ ਵਿੱਚ ਕਹਿ ਸਕਦੇ ਹਾਂ। ਸਭ ਤੋਂ ਪਹਿਲਾਂ ਆਰਿਆਵਰਤ ਦਾ ਇਲਾਕਾ, ਜਿਹੜਾ ਅੱਜ ਦਾ ਤੁਹਾਡਾ ਉੱਤਰ ਪ੍ਰਦੇਸ਼ ਤੇ ਬਿਹਾਰ ਦਾ ਇਲਾਕਾ। ਦੇਖੋ ਇੱਥੇ ਜਿਹੜੇ ਤੁਹਾਡੇ ਰਾਜੇ ਸੀਗੇ, ਇੱਥੇ 9 ਰਾਜੇ ਸੀਗੇ ਤੁਹਾਡੇ। ਇਹ ਸਾਰੇ 9 ਦੇ 9, ਦੇਖੋ ਜਿਹੜਾ ਗੁਪਤਾ ਇੰਪਾਇਰ ਵੈਸੇ ਵੀ ਰਿਹਾ ਨਾ, ਗੁਪਤਾ ਇੰਪਾਇਰ ਆਪਣੇ ਈਸਟਰਨ ਸਾਈਡ ਤੋਂ ਹੀ ਸ਼ੁਰੂ ਹੋਇਆ ਸੀ, ਬੰਗਾਲ ਇਹ ਸਾਰੇ ਇਲਾਕੇ ਤੋਂ ਹੀ ਸ਼ੁਰੂ ਹੋਇਆ ਸੀ। ਤਾਂ ਇੱਥੋਂ ਦੀ ਸਭ ਤੋਂ ਪਹਿਲਾਂ ਜਿਹੜੇ ਐਕਸਪੈਂਡ ਕਰਨ ਦੀ ਓਬਵੀਅਸਲੀ ਜਗ੍ਹਾ ਬਣਦੀ ਹੈ ਉਹ ਬਿਹਾਰ ਤੇ ਉੱਤਰ ਪ੍ਰਦੇਸ਼ ਵਾਲੀ ਬਣਦੀ ਹੈ। ਇੱਥੇ 9 ਰਾਜੇ ਸੀਗੇ ਉੱਤਰ ਪ੍ਰਦੇਸ਼, ਬਿਹਾਰ, ਇਹ ਸਾਰੇ ਇਲਾਕੇ ਵਿੱਚ। ਇਹ ਸਾਰੇ ਰਾਜਿਆਂ ਨੂੰ ਉਹਨੇ ਹਰਾਇਆ। ਹਰਾਉਣ ਤੋਂ ਬਾਅਦ ਉਹਨਾਂ ਨੂੰ ਮਾਰਤਾ ਤੇ ਉਹਨਾਂ ਦੇ ਸਾਰੇ ਜਿਹੜਾ ਸਮਰਾਜ ਸੀਗਾ, ਉਹਨਾਂ ਦਾ ਇਲਾਕਾ ਸੀਗਾ, ਉਹਦੇ ਉੱਤੇ ਕਬਜ਼ਾ ਕਰ ਲਿਆ। ਤਾਂ ਆਪਣਾ ਖੁਦ ਦਾ ਕਿੰਗਡਮ ਹੋਰ ਵੱਡਾ ਕਰ ਲਿਆ ਸਾਰੇ ਇਲਾਕੇ ਵਿੱਚ, ਸਾਰੇ ਉੱਥੋਂ ਦੇ ਰਾਜਾਵਾਂ ਨੂੰ ਮਾਰ ਕੇ। ਠੀਕ ਹੈ, ਹੁਣ ਜਦੋਂ ਇੱਥੇ ਕਬਜ਼ਾ ਹੋ ਗਿਆ, ਉਦੋਂ ਬਾਅਦ ਉਹ ਦਕਸ਼ਿਣ ਪਾਤ ਤੇ ਚਲਾ ਗਿਆ। ਠੀਕ ਹੈ, ਦਕਸ਼ਿਣ ਪਾਤ ਯਾਨੀ ਕਿ ਦੱਖਣ ਵੱਲ, ਭਾਰਤ ਦਾ ਜਿਹੜਾ ਦੱਖਣ ਦਾ ਇਲਾਕਾ ਹੈ ਉਸ ਪਾਸੇ ਨੂੰ, ਸਾਊਥ ਇੰਡੀਆ ਵੱਲ ਨੂੰ ਚਲਾ ਗਿਆ। ਸਾਊਥ ਇੰਡੀਆ ਵਿੱਚ 12 ਰਾਜੇ ਸੀਗੇ ਜਿਨ੍ਹਾਂ ਨੂੰ ਉਹਨੇ ਹਰਾਇਆ। ਠੀਕ ਹੈ, ਪਰ ਇਹ 12 ਰਾਜਿਆਂ ਨੂੰ ਹਰਾ ਕੇ ਉਹਨੇ ਜਾਨ ਤੋਂ ਨਹੀਂ ਮਾਰਿਆ, ਇਹਨਾਂ ਨੂੰ ਦੁਆਰਾ ਤੋਂ ਰਾਜ ਕਰਨ ਦਿੱਤਾ। ਬਸ ਇਹ ਚੀਜ਼ ਕਹਿਤੀ ਕਿ ਤੁਹਾਡਾ ਵੀ ਇੱਕ ਮਹਾਰਾਜਾ। ਦੇਖੋ ਸਾਊਥ ਇੰਡੀਆ ਚ ਉਹਨੇ ਰਾਜੇ ਨੂੰ ਕਿਉਂ ਨਹੀਂ ਮਾਰਿਆ, ਇਹਦਾ ਇੱਕ ਬਹੁਤ ਵੱਡਾ ਕਾਰਨ ਹੈ। ਦੇਖੋ ਜਿਹੜਾ ਆਹ ਇਲਾਕਾ ਪਲੇਨਸ ਦਾ ਇਲਾਕਾ, ਸਿੱਧੀਆਂ ਜ਼ਮੀਨਾਂ, ਕੋਈ ਪਹਾੜ ਨਹੀਂ ਹੈ, ਕੁਛ ਨਹੀਂ ਹੈ, ਤਾਂ ਇੱਥੇ ਕੋਈ ਵੀ ਬਗਾਵਤ ਕਰਦਾ ਆਸਾਨੀ ਨਾਲ ਫੌਜਾਂ ਮੂਵ ਕੀਤੀਆਂ ਜਾ ਸਕਦੀਆਂ। ਪਰ ਜਿਹੜਾ ਪਹਾੜਾਂ ਨੂੰ ਕ੍ਰਾਸ ਕਰਨਾ ਪੈਣਾ ਹੋਰ, ਤਾਂ ਜੇ ਸਾਊਥ ਇੰਡੀਆ 'ਚ ਬਗਾਵਤ ਹੋ ਗਈ, ਤੁਹਾਡੇ ਕੋਲ ਖਬਰ ਪਹੁੰਚਣ 'ਚ ਬਹੁਤ ਟਾਈਮ ਲੱਗਣਾ। ਇੱਕ ਤਾਂ ਦੂਰੀ ਬਹੁਤ ਹੈ, ਦੂਜੀ ਗੱਲ ਜਿਹੜਾ ਜਦੋਂ ਤੁਸੀਂ ਮੋਬਿਲਾਈਜ਼ ਕਰੋਗੇ, ਇੰਨੀ ਔਖੀ ਜਗ੍ਹਾਵਾਂ ਤੋਂ ਨਿਕਲ ਕੇ ਜਾਓਗੇ, ਉਹ ਬੰਦਾ ਪਹਿਲਾਂ ਹੀ ਇੱਕ ਬਹੁਤ ਹੀ ਸਟਰੋਂਗ ਪੋਜੀਸ਼ਨ ਲੈ ਕੇ ਬਹਿ ਚੁੱਕਿਆ ਹੋਊਗਾ ਉੱਥੇ। ਇਸ ਕਾਰਨ ਜ਼ਰੂਰੀ ਹੈ ਕਿ ਜਿਹੜੇ ਲੋਕ ਉੱਥੇ ਆਲਰੇਡੀ ਰਾਜ ਕਰ ਰਹੇ ਸੀ, ਦੇਖੋ ਉਸ ਟਾਈਮ ਕਿਹੜਾ ਸੜਕਾਂ, ਰੇਲਵੇ, ਸਭ ਕੁਝ ਹੁੰਦਾ ਸੀ, ਤੇ ਜ਼ਰੂਰੀ ਸੀ ਕਿ ਜਿਹੜੇ ਲੋਕ ਆਲਰੇਡੀ ਉੱਥੇ ਰਾਜ ਕਰ ਰਹੇ ਉਹਨਾਂ ਨੂੰ ਹੀ ਸਭ ਕੁਝ ਕੰਟਰੋਲ ਕਰਨ ਦਿਓ। ਤੁਸੀਂ ਬਸ ਇਹ ਕਹਿ ਦਿਓ ਤੁਸੀਂ ਹਰਾਤਾ, ਕਿਉਂਕਿ ਸਮੁੰਦਰਗੁਪਤ ਨੇ ਮਤਲਬ ਹਰਾਤਾ। ਸਮੁੰਦਰਗੁਪਤ ਨੇ ਉਹ ਸਾਰੇ ਰਾਜਿਆਂ ਨੂੰ ਹਰਾਉਣ ਤੋਂ ਬਾਅਦ ਇਹ ਕਿਹਾ ਕਿ ਦੇਖੋ ਤੁਸੀਂ ਰਾਜ ਕਰੋ, ਇਸ ਰਾਜ ਦੇ ਬਦਲੇ ਹਰ ਸਾਲ ਤੁਸੀਂ ਮੈਨੂੰ ਪੈਸੇ ਭੇਜਣੇ, ਟ੍ਰਿਬਿਊਟ ਭੇਜਣਾ, ਕਿਉਂਕਿ ਤੁਸੀਂ ਰੈਕੋਗਨਾਈਜ਼ ਕਰ ਰਹੇ ਹੋ ਕਿ ਮੈਂ ਤੁਹਾਡੇ ਤੋਂ ਵੱਡਾ ਰਾਜਾ। ਠੀਕ ਹੈ, ਇਹ ਮੈਂ ਮਹਾਰਾਜਾ, ਤੁਸੀਂ ਰਾਜੇ ਹੋ, ਤਾਂ ਇਸ ਕਾਰਨ ਤੁਹਾਨੂੰ ਹਰ ਸਾਲ ਮੈਨੂੰ ਕਰ ਦੇਣਾ ਹੀ ਪਊਗਾ, ਜੇ ਨਹੀਂ ਦਿੱਤਾ ਤਾਂ ਮੈਂ ਹਮਲਾ ਕਰ ਦੂੰਗਾ। ਤਾਂ ਉਹਨੇ 12 ਦੇ 12 ਰਾਜਿਆਂ ਨੂੰ ਜ਼ਿੰਦਾ ਛੱਡਤਾ, ਰਾਜ ਕਰਨ ਦਿੱਤਾ, ਪਰ ਕਰ ਲਗਾਤਾ ਉਹਨਾਂ ਉੱਤੇ, ਤੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਮੰਨਣਾ ਪਊਗਾ, ਹਾਂ ਤੁਹਾਡੇ ਤੋਂ ਇੱਕ ਵੱਡਾ ਰਾਜਾ ਹੈਗਾ, ਤੇ ਮੰਨਣ ਤੇ ਹੀ ਉਹਨੇ ਰਹਿਣ ਦਿੱਤਾ। ਹੁਣ ਇਹ ਤੋਂ ਬਾਅਦ ਅਸਾਮ, ਤੁਹਾਡਾ ਜਿਹੜਾ ਤੱਟੀ ਬੰਗਾਲ ਹੈ, ਬੰਗਾਲ ਦਾ ਕੋਸਟਲ ਏਰੀਆ, ਨੇਪਾਲ ਤੇ ਉੱਤਰ ਪੱਛਮੀ ਜਿਹੜਾ ਪੰਜਾਬ, ਇਹ ਸਾਰਾ ਏਰੀਆ, ਇੱਥੇ ਵੀ ਉਹਨੇ ਹਮਲੇ ਕੀਤੇ। ਇਹ ਸਾਰੇ ਰਾਜਾਵਾਂ ਨੂੰ ਕਰ ਲਗਾਉਣ, ਉਹਨਾਂ ਨੂੰ ਕਿਹਾ ਕਿ ਤੁਹਾਨੂੰ ਮੈਨੂੰ ਕਰ ਦੇਣਾ ਪੈਣਾ, ਮੇਰਾ ਕੋਰਟ ਦੀ ਜਿਹੜੀ ਮੇਨ ਮੀਟਿੰਗਸ ਆ ਉਹ ਅਟੈਂਡ ਕਰਨੀ ਆਉਣਾ ਪੈਣਾ, ਪਰ ਉਹਨਾਂ ਨੂੰ ਵੀ ਜ਼ਿੰਦਾ ਛੱਡਤਾ, ਕਿਉਂਕਿ ਇਹ ਇਲਾਕੇ ਵੀ ਦੇਖੋ ਦੂਰ ਪੈ ਗਏ, ਤੇ ਨੇਪਾਲ ਇਹ ਸਾਰੇ ਪਹਾੜੀ ਇਲਾਕੇ ਪੈ ਗਏ। ਇਸ ਕਾਰਨ ਇਹੀ ਚੰਗਾ ਸੀ ਕਿ ਜਿਹੜੇ ਰਾਜੇ ਉੱਥੇ ਬੈਠੇ ਹੋਏ ਆ ਉਹਨਾਂ ਨੂੰ ਬੈਠੇ ਰਹਿਣ ਦੋ, ਬਸ ਉਹਨਾਂ ਨੂੰ ਵੀ ਮਨਵਾ ਦੋ ਕਿ ਹਾਂ ਸਭ ਤੋਂ ਵੱਡਾ ਰਾਜਾ ਮੈਂ ਆ। ਤਾਂ ਸਮੁੰਦਰਗੁਪਤ ਨੇ ਇਸ ਤਰੀਕੇ ਨਾਲ ਇਸ ਸਾਰੇ ਏਰੀਆ ਤੇ ਵੀ ਕਬਜ਼ਾ ਕਰ ਲਿਆ। ਇਹਦੇ ਇਲਾਵਾ ਜਿਹੜੇ ਤੁਹਾਡੇ ਅਫਗਾਨਿਸਤਾਨ ਤੇ ਸ਼੍ਰੀਲੰਕਾ ਦੇ ਜਿਹੜੇ ਰੂਲਰ ਸੀਗੇ, ਉਹਨਾਂ ਨੇ ਆਪਣੀ ਬੇਟੀਆਂ ਦਾ ਵਿਆਹ ਸਮੁੰਦਰਗੁਪਤ ਨਾਲ ਕਰਤਾ ਸੀ, ਤਾਂ ਕਿ ਦੇਖੋ ਸਮੁੰਦਰਗੁਪਤ ਤੇ ਉਹਨਾਂ ਦਾ ਦੋਨਾਂ ਦਾ ਫਾਇਦਾ। ਉਸ ਜ਼ਮਾਨੇ ਵਿੱਚ ਜਿਹੜੇ ਵਿਆਹ ਹੁੰਦਾ ਸੀ ਨਾ ਰਾਜਿਆਂ ਵਿੱਚ, ਉਹ ਇਸ ਚੀਜ਼ ਲਈ ਵੀ ਯੂਜ਼ ਕੀਤਾ ਜਾਂਦਾ ਸੀ ਕਿ ਆਪਸ 'ਚ ਇੱਕ ਸਮਝੌਤਾ ਹੋ ਜਾਂਦਾ। ਦੇਖੋ ਜੀ ਆਪਸ 'ਚ ਵਿਆਹ ਹੋ ਗਏ ਤਾਂ ਰਿਸ਼ਤੇ ਬਣ ਗਏ, ਰਿਸ਼ਤੇ ਬਣਨ ਨਾਲ ਨਾ ਇੱਕ ਕੌਨਫੀਡੈਂਸ ਬਣ ਜਾਂਦਾ ਹੈ ਕਿ ਆਹ ਬੰਦਾ ਸਾਡੇ ਉੱਤੇ ਹਮਲਾ ਨਹੀਂ ਕਰੂਗਾ। ਹੁਣ ਮਤਲਬ ਸਮੁੰਦਰਗੁਪਤ ਨੂੰ ਪਤਾ ਕਿ ਇਹਨਾਂ ਦੀਆਂ ਬੇਟੀਆਂ ਜੇ ਮੇਰੇ ਇੱਥੇ ਵਿਆਹੀਆਂ ਹੋਈਆਂ, ਇਹ ਲੋਕੀ ਕਦੀ ਮੇਰੇ ਇਲਾਕਿਆਂ ਤੇ ਹਮਲਾ ਨਹੀਂ ਕਰਨਗੇ। ਉਹ ਲੋਕਾਂ ਨੂੰ ਵੀ ਹੋ ਜਾਂਦਾ ਕਿ ਸਮੁੰਦਰਗੁਪਤ ਵੱਡਾ ਰਾਜਾ, ਕੱਲ ਸਾਡੇ ਇਲਾਕੇ ਵੱਲ ਨਾ ਆਵੇ, ਤਾਂ ਅਸੀਂ ਆਪਣੀ ਬੇਟੀ ਦੇ ਵਿਆਹ ਇੱਥੇ ਕਰਤਾ, ਤਾਂ ਓਬਵੀਅਸਲੀ ਹੁਣ ਇਹ ਬੰਦਾ ਸਾਡੇ ਉੱਤੇ ਹਮਲਾ ਨਹੀਂ ਕਰੂਗਾ। ਤੇ ਇਸ ਕਾਰਨ ਸਮੁੰਦਰਗੁਪਤ ਇੱਕ ਚੰਗਾ ਰਾਜਾ ਰਿਹਾ। ਠੀਕ ਹੈ, ਹੁਣ ਇੱਕ ਹੋਰ, ਹੁਣ ਕੁਝ ਗੁਪਤਾ ਇੰਪਾਇਰ ਦੀਆਂ
ਟਾਈਮ ਦੀਆਂ ਕੁਝ ਚੀਜ਼ਾਂ ਬਾਰੇ ਪੜ੍ਹੀਏ, ਜਿਵੇਂ ਮਹਿਰੌਲੀ ਦੇ ਅੰਦਰ ਜਿਹੜਾ ਲੋਹੇ ਦਾ ਸਤੰਭ ਹੈ ਇਹਦੇ ਬਾਰੇ ਪੜ੍ਹੀਏ। ਦੇਖੋ ਇਹ 7.2 ਮੀਟਰ ਇਹਦੀ ਹਾਈਟ ਹੈ, 3 ਟਨ ਇਹਦਾ weight ਹੈ। ਇਹਦੇ ਉੱਤੇ ਜਿਹੜਾ ਕਿਹਨੇ ਲਗਵਾਇਆ ਇਹ ਪਿੱਲਰ ਜੋ ਲਿਖਿਆ ਹੈ ਨਾ, ਉਹ ਲਿਖਿਆ ਰਾਜਾ ਚੰਦਰ, ਜੋ ਆਪਣੇ ਮੁਤਾਬਿਕ ਜਿਹੜੇ ਇਤਿਹਾਸ ਪੜ੍ਹਨ ਵਾਲੇ ਉਹਨਾਂ ਦੇ ਮੁਤਾਬਿਕ ਚੰਦਰਗੁਪਤ 2 ਜੋ ਰੂਲਰ ਰਹੇ ਆ, ਇਹ ਵੀ ਅਰਲੀ ਰੂਲਰਸ ਵਿੱਚੋਂ ਰਹੇ ਆ, ਪਹਿਲਾਂ ਵਾਲੇ ਰੂਲਰਸ ਚੋਂ ਰਹੇ ਆ, ਉਹਨਾਂ ਨੇ ਲਗਵਾਇਆ। ਠੀਕ ਹੈ। ਦੇਖੋ ਕਈ ਵਾਰੀ ਹੁੰਦਾ ਹੈ ਕਿ ਜਿਹੜੇ ਆ ਜਿੰਨੇ ਪਿੱਲਰ ਲੱਗੇ ਆ, ਕੁਝ ਵੀ ਲੱਗੇ ਆ, ਇਹ ਤੇ ਰਾਜੇ ਨੇ ਆਪਣਾ ਓਰੀਜਨਲ ਨੇਮ ਨਾ ਯੂਜ਼ ਕਰਦੇ ਹੋਏ ਕੋਈ ਹੋਰ ਨਾਮ ਨਾਲ ਵੀ ਆਪਣੇ ਆਪ ਨੂੰ ਐਡਰੈਸ ਕੀਤਾ ਹੋਇਆ, ਕਿਉਂਕਿ ਰਾਜਿਆਂ ਦੇ ਬਹੁਤ ਸਾਰੇ ਨਾਮ ਹੁੰਦੇ ਸੀ। ਜਿਵੇਂ ਅਸ਼ੋਕਾ ਦੀ ਮੈਂ ਗੱਲ ਕਰਾਂ, ਇਹ ਚੀਜ਼ ਯਾਦ ਵੀ ਰੱਖਿਓ। ਅਸ਼ੋਕਾ ਨੇ ਕਈ ਪਿੱਲਰਸ ਉੱਤੇ ਨਾ ਜੋ ਆਪਣੇ ਆਪ ਨੂੰ ਲਿਖੀ, ਪਿਆ ਦਾਸੀ ਦਾ ਮਤਲਬ ਹੁੰਦਾ ਹੈ ਰੱਬ ਦਾ ਸੇਵਕ। ਤਾਂ ਕਈ ਜਗ੍ਹਾ ਤੇ ਜਿੱਥੇ ਉਹਨੇ ਇਸ ਚੀਜ਼ ਨੂੰ ਖਾਸ ਕਰ ਐਮਫਸਾਈਜ਼ ਕਰਨਾ ਸੀ, ਇਸ ਚੀਜ਼ ਨੂੰ ਖਾਸ ਕਰ ਦੱਸਣਾ ਸੀ ਕਿ ਮੈਂ ਰੱਬ ਦੀ ਭਗਤੀ 'ਚ ਬਹੁਤ ਜ਼ਿਆਦਾ ਲੀਨ ਰਹਿਣਾ ਤੇ ਮੈਂ ਰੱਬ 'ਚ ਬਹੁਤ ਜ਼ਿਆਦਾ ਮੰਨਦਾ, ਉੱਥੇ ਉਹਨੇ ਅਸ਼ੋਕ ਆਪਣਾ ਨਾਮ ਖੁਦ ਦੀ ਜਗ੍ਹਾ ਲਿਖਵਾਉਣ ਦੀ ਜਗ੍ਹਾ ਪਿਆ ਦਾਸੀ ਲਿਖਵਾਇਆ, ਮਤਲਬ ਰੈਫਰ ਆਪਣੇ ਆਪ ਨੂੰ ਕੀਤਾ ਕਿ ਮੈਂ ਪਿਆ ਦਾਸੀ, ਪਰ ਪਿਆ ਦਾਸੀ ਦਾ ਮਤਲਬ ਹੈ ਰੱਬ ਦਾ ਸੇਵਕ। ਠੀਕ ਹੈ। ਤਾਂ ਇਦਾਂ ਕਈ ਵਾਰੀ ਪੇਪਰ 'ਚ ਕੁਐਸਚਨ ਆ ਜਾਂਦੇ, ਜਿਵੇਂ ਤੁਹਾਨੂੰ ਆਹੀ ਕੁਐਸਚਨ ਆ ਸਕਦਾ ਕਿ ਪਿਆ ਦਾਸੀ ਕਿਹੜਾ ਰਾਜਾ ਆਪਣੇ ਆਪ ਨੂੰ ਰੈਫਰ ਕਰਦਾ ਸੀ, ਜਾਂ ਪਿਆ ਦਾਸੀ ਦਾ ਮਤਲਬ ਕੀ ਹੁੰਦਾ, ਜਾਂ ਜਿਹੜਾ ਮਹਿਰੌਲੀ ਦਾ ਲੋਹੇ ਦਾ ਸਤੰਭ ਹੈ ਉਹਦੇ ਉੱਤੇ ਕਿਹੜੇ ਰਾਜੇ ਦਾ ਨਾਮ ਲਿਖਿਆ, ਰਾਜਾ ਚੰਦਰ, ਜਾਂ ਉਹ ਕਿਹੜੇ ਰਾਜੇ ਨੂੰ ਰੈਫਰ ਕੀਤਾ ਗਿਆ, ਚੰਦਰਗੁਪਤ 2 ਨੂੰ। ਠੀਕ ਹੈ। ਇਹ ਮਹਿਰੌਲੀ ਦਾ ਲੋਹੇ ਦਾ ਸਤੰਭ ਕਿਉਂ ਫੇਮਸ ਹੈ, ਹੁਣ ਇਹਦੀ ਗੱਲ ਕਰੀਏ। ਦੇਖੋ ਜਿਹੜਾ ਲੋਹੇ ਦਾ ਸਤੰਭ ਹੈ ਇਹ ਇਸ ਲਈ ਫੇਮਸ ਹੈ ਕਿਉਂਕਿ ਅੱਜ ਤੱਕ ਇਹਨੂੰ ਲੱਗੇ ਹੋਏ ਆਲਮੋਸਟ 1600 1700 ਸਾਲ ਹੋ ਚੁੱਕੇ ਆ। ਇਸ ਪਿੱਲਰ ਨੂੰ ਅੱਜ ਤੱਕ, ਲੋਹੇ ਦਾ ਹੈ ਤਾਂ ਲੋਹਾ ਤਾਂ ਆਰਾਮ ਨਾਲ ਜੰਗ ਫੜ ਜਾਂਦਾ ਹੈ, ਇਹਨੂੰ ਅੱਜ ਤੱਕ ਜੰਗ ਨਹੀਂ ਲੱਗੀ। ਤਾਂ ਇਹਦੇ ਉੱਤੇ ਇਦਾਂ ਦੇ ਅਲੋਏ ਦੀਆਂ ਕੋਟਿੰਗ ਕੀਤੀਆਂ ਹੋਈਆਂ ਉਹਨਾਂ ਨੇ ਕਿ ਦੇਖ ਲਓ ਇੰਨਾ ਸਾਲ ਪੁਰਾਣਾ ਹੋ ਗਿਆ ਪਰ ਇਹਨੂੰ ਜੰਗ ਨਹੀਂ ਲੱਗੀ। ਆਪਾਂ ਇੱਥੇ ਲੋਹਾ ਕੁਝ ਟਾਈਮ ਲਈ ਵੀ ਬਾਹਰ ਰਹਿ ਜੇ, ਉਹ ਨਾਲ ਦੀ ਨਾਲ ਜੰਗ ਫੜ ਜਾਂਦਾ, ਜੇ ਉੱਤੇ ਪੇਂਟ ਉਤਰਿਆ ਹੋਇਆ ਕੁਝ ਵੀ ਹੋਇਆ ਨਾਲ ਦੀ ਨਾਲ ਜੰਗ ਫੜ ਜਾਊਗਾ। ਇਹਨਾਂ ਨੇ ਇਸ ਤਰੀਕੇ ਨਾਲ ਕੋਟਿੰਗ ਕੀਤੀ ਕਿ ਕੋਟਿੰਗ ਹੀ ਨਹੀਂ ਉਤਰੀ ਇੰਨੇ ਸਾਲਾਂ ਤੋਂ, ਤਾਂ ਕਿ ਥੱਲੇ ਮਤਲਬ ਲੋਹਾ ਜੰਗ ਖਾ ਜੇ। ਤਾਂ ਬਹੁਤ ਹੀ ਐਡਵਾਂਸ ਟੈਕਨੀਕ ਦੀ ਨਿਸ਼ਾਨੀ ਹੈ ਕਿ ਭਾਰਤ ਵਿੱਚ ਬਹੁਤ ਹੀ ਐਡਵਾਂਸ ਟੈਕਨੀਕਸ ਰਹੀਆਂ ਕਿਸੇ ਜ਼ਮਾਨੇ ਵਿੱਚ। ਠੀਕ ਹੈ। ਹੁਣ ਗੁਪਤਾ ਸਮਰਾਜ ਦੇ ਦੌਰਾਨ ਸਮਾਜ ਦੀ ਗੱਲ ਕਰੀਏ, ਸਮਾਜ ਕਿੱਦਾਂ ਚੱਲਦਾ ਸੀ। ਦੇਖੋ ਜਿਹੜਾ ਪਿੰਡ ਦਾ ਮੁਖੀਆ ਹੁੰਦੀ ਸੀ ਉਹਨੂੰ ਗ੍ਰਾਮ ਭੋਜਕ ਕਹਿੰਦੇ ਸੀ। ਠੀਕ ਹੈ। ਇਹ ਜਿਹੜਾ ਗ੍ਰਾਮ ਭੋਜਕ ਹੁੰਦਾ ਸੀ ਇਹ ਜ਼ਰੂਰ ਮਤਲਬ ਜ਼ਿਆਦਾਤਰ ਜਿਹੜਾ ਹੁੰਦਾ ਸੀ ਇਹਦੇ ਕੋਲੇ ਪਿੰਡ ਵਿੱਚ ਸਭ ਤੋਂ ਜ਼ਿਆਦਾ ਜ਼ਮੀਨ ਹੁੰਦੀ ਸੀ, ਇਹ ਜ਼ਿਮੀਂਦਾਰ ਹੁੰਦਾ ਸੀ ਤੇ ਸਭ ਤੋਂ ਜ਼ਿਆਦਾ ਜ਼ਮੀਨ ਇਹਦੇ ਕੋਲੇ ਹੁੰਦੀ ਸੀ। ਠੀਕ ਹੈ। ਇਹਦੇ ਕੋਲੇ ਗੁਲਾਮ ਹੁੰਦੇ ਸੀ ਤੇ ਹੋਰ ਵਰਕਰ ਹੁੰਦੇ ਸੀ ਖੇਤੀ ਕਰਨ ਲਈ, ਜਿਹੜੇ ਇਹਦੇ ਖੇਤ ਤੇ ਕੰਮ ਕਰਦੇ ਸੀ, ਖੁਦ ਨਹੀਂ ਕਰਦੇ ਸੀ ਆਬਵੀਅਸਲੀ। ਤੇ ਰਾਜਾ ਵੀ, ਮਤਲਬ ਇਹਨਾਂ ਦੀ ਹੁਣ ਇੰਪੋਰਟੈਂਸ ਕਿੱਥੇ ਆਉਂਦੀ ਸੀ। ਦੇਖੋ ਉਸ ਜ਼ਮਾਨੇ ਵਿੱਚ ਜਿਹੜੇ ਰਾਜੇ ਹੁੰਦੇ ਸੀ ਨਾ, ਰਾਜੇ ਪਿੰਡਾਂ ਦੇ ਅੰਦਰ ਕੀ ਚੱਲ ਰਿਹਾ ਕੋਈ ਦਖਲ ਨਹੀਂ ਦਿੰਦਾ ਸੀ। ਪਿੰਡਾਂ ਦੇ ਅੰਦਰ ਕਿੱਦਾਂ ਦਾ ਅਨੁਸ਼ਾਸਨ ਹੈ, ਕਿੱਦਾਂ ਸਜ਼ਾ ਦਿੱਤੀ ਜਾਂਦੀ ਹੈ, ਕੋਈ ਭੇਦਭਾਵ ਤਾਂ ਨਹੀਂ ਕੀਤਾ ਜਾਂਦਾ, ਰਾਜੇ ਨੂੰ ਕੁਝ ਲੈਣਾ ਦੇਣਾ ਨਹੀਂ ਹੁੰਦਾ ਸੀ। ਰਾਜੇ ਨੂੰ ਸਿਰਫ ਇੱਕ ਚੀਜ਼ ਤੋਂ ਮਤਲਬ ਹੁੰਦਾ ਸੀ, ਜੋ ਰਾਜੇ ਆਪਸ ਜ਼ਮੀਨਾਂ ਪਿੱਛੇ ਲੜਦੇ ਸੀ ਨਾ, ਰਾਜਿਆਂ ਨੂੰ ਇਹ ਹੁੰਦਾ ਸੀ ਕਿ ਜਿਹੜੀ ਜ਼ਮੀਨ ਤੇ ਕਬਜ਼ਾ ਹੋ ਗਿਆ, ਇੱਥੇ ਦੇ ਸਾਰੇ ਪਿੰਡਾਂ ਨੂੰ ਮੈਸੇਜ ਭੇਜ ਦਿਓ ਕਿ ਅੱਜ ਤੋਂ ਜਿਹੜਾ ਕਰ ਹੈ, ਜਿਹੜਾ ਰੈਵਨਿਊ ਹੈ, ਉਹ ਮੈਨੂੰ ਦੇਣਾ, ਦੂਜੇ ਰਾਜੇ ਨੂੰ ਨਹੀਂ ਦੇਣਾ। ਉਹਨਾਂ ਨੂੰ ਸਿਰਫ ਇੱਥੋਂ ਦੇ ਆਉਣ ਵਾਲੇ ਟੈਕਸਸ, ਪੈਸੇ ਤੋਂ ਮਤਲਬ ਹੁੰਦਾ ਸੀ, ਹੋਰ ਕਿਸੇ ਚੀਜ਼ ਤੋਂ ਮਤਲਬ ਨਹੀਂ ਸੀ। ਇਸ ਲਈ ਜਿਹੜੇ ਆ ਗ੍ਰਾਮ ਭੋਜਕ, ਜਿਹੜੇ ਵੀ ਪੂਰੇ ਪਿੰਡ ਦਾ ਮੁਖੀਆ ਹੁੰਦਾ ਸੀ, ਉਹਦਾ ਮੇਨ ਕੰਮ ਇਹ ਹੁੰਦਾ ਸੀ ਕਿ ਰਾਜਾ ਉਹਨਾਂ ਦੀ ਮਦਦ ਲੈਂਦਾ ਸੀ ਸਾਰੇ ਟੈਕਸਸ ਕਲੈਕਟ ਕਰਕੇ ਰਾਜੇ ਤੱਕ ਭੇਜਣ ਲਈ। ਠੀਕ ਹੈ। ਉਹ ਸਾਰੇ ਪਿੰਡ ਤੋਂ ਟੈਕਸ ਕਲੈਕਟ ਕਰੂਗਾ ਤੇ ਰਾਜੇ ਤੱਕ ਭਿਜਵਾ ਦੂਗਾ, ਆਪਣਾ ਕੁਝ ਹਿੱਸਾ ਆਪਣੇ ਕੋਲੇ ਰੱਖ ਲੂਗਾ। ਇਹ ਜਿਹੜੇ ਲੋਕ ਹੁੰਦੇ ਸੀ, ਹੁਣ ਇਸੇ ਕਾਰਨ ਜਿਹੜੇ ਗ੍ਰਾਮ ਭੋਜਕ ਹੁੰਦੇ ਸੀ ਜ਼ਿਆਦਾਤਰ ਇੱਕੋ ਪਰਿਵਾਰ ਦੇ ਹੀ ਲੋਕ ਹੋ ਜਾਂਦੇ ਸੀ। ਠੀਕ ਹੈ। ਪਿਤਾ ਤੋਂ ਬਾਅਦ ਉਹਦਾ ਬੇਟਾ, ਉਸ ਤੋਂ ਬਾਅਦ ਉਹਦਾ ਬੇਟਾ, ਉਹਦਾ ਬੇਟਾ, ਇਦਾਂ ਪੂਰੇ ਸੀਕੁਐਂਸ, ਇਹ ਖਾਨਦਾਨੀ ਕੰਮ ਹੀ ਹੁੰਦਾ ਸੀ। ਠੀਕ ਹੈ। ਕਿਉਂਕਿ ਕੋਈ ਵੀ ਅਪਾਇੰਟ ਤਾਂ ਕਰ ਨਹੀਂ ਰਿਹਾ, ਇੱਕੋ ਪਰਿਵਾਰ ਕੋਲੇ ਕੰਟਰੋਲ ਬਣਿਆ ਹੋਇਆ, ਜਿਨ੍ਹਾਂ ਕੋਲੇ ਸਭ ਤੋਂ ਜ਼ਿਆਦਾ ਜ਼ਮੀਨ ਹੈ, ਬਸ ਉਹੀ ਅੱਗੇ ਅੱਗੇ ਆਪਣਾ ਆਪਣਾ ਕੰਮ ਚਲਾਈ ਜਾਂਦੇ ਆ। ਰੇਅਰਲੀ ਕਦੀ ਰਾਜੇ ਨੂੰ ਗੁੱਸਾ ਚੜ ਗਿਆ ਇਹਨਾਂ ਉੱਤੇ, ਫੇਰ ਜਾ ਕੇ ਬਦਲਿਆ ਜਾਂਦਾ ਸੀ, ਨਹੀਂ ਤਾਂ ਇਹ ਇਦਾਂ ਹੀ ਚੱਲਦੇ ਰਹਿੰਦੇ ਸੀ ਜਿਵੇਂ ਚੱਲ ਰਿਹਾ।
ਗ੍ਰਾਮ ਬੋਜਕ ਜੱਜ ਨੂੰ ਫੜ ਕੇ ਲਿਆਣਾ, ਇਹ ਸਭ ਕੁਝ ਵੀ ਪਿੰਡਾਂ ਦੇ ਅੰਦਰ ਗ੍ਰਾਮ ਬੋਜਕ ਦਾ ਹੀ ਆਪਣਾ ਕੰਮ ਸੀ। ਠੀਕ ਹੈ, ਜਿਹੜੇ ਸੁਤੰਤਰ ਕਿਸਾਨ ਸੀ, ਯਾਨੀ ਕਿ ਕਿਸ ਦੇ ਅੰਡਰ ਨਹੀਂ ਕੰਮ ਕਰਦੇ ਸੀ, ਉਹਨਾਂ ਦੀ ਆਪਣੀ ਖੁਦ ਦੀ ਜ਼ਮੀਨ ਸੀ, ਉਹਨਾਂ ਨੂੰ ਗ੍ਰਹਿਪਤੀ ਬੋਲਿਆ ਜਾਂਦਾ ਸੀ। ਜਿਹੜੇ ਬਿਨਾਂ ਜ਼ਮੀਨ ਤੋਂ ਬਸ ਜਿਹੜੇ ਵਰਕਰ ਸੀਗੇ, ਠੀਕ ਹੈ, ਉਹਨਾਂ ਨੂੰ ਦਾਸ ਕਰਮਕਾਰ ਬੋਲਿਆ ਜਾਂਦਾ, ਚਾਹੇ ਮਰਦ ਹੋਣ ਚਾਹੇ ਔਰਤਾਂ ਹੋਣ, ਉਹਨਾਂ ਨੂੰ ਦਾਸ ਕਰਮਕਾਰ ਬੋਲਿਆ ਜਾਂਦਾ, ਜਿਨ੍ਹਾਂ ਦੀ ਆਪਣੀਆਂ ਜ਼ਮੀਨਾਂ ਨਹੀਂ, ਉਹ ਕਿਸੇ ਹੋਰ ਦੀ ਜ਼ਮੀਨਾਂ ਤੇ ਐਜ਼ ਅ ਵਰਕਰ ਕੰਮ ਕਰਦੇ, ਦਿਹਾੜੀ ਲਗਾਉਂਦੇ ਆ, ਉਹਨਾਂ ਨੂੰ ਦਾਸ ਕਰਮਕਾਰ ਬੋਲਿਆ ਜਾਂਦਾ। ਦੇਖੋ ਇਦਾਂ ਦੀਆਂ ਟਰਮੀਨੋਲੋਜੀ ਡਾਇਰੈਕਟਲੀ ਪੇਪਰ 'ਚ ਆ ਜਾਂਦੀਆਂ, ਇਹ ਆਪਾਂ ਨੂੰ ਇਸੇ ਲਈ ਯਾਦ ਕਰਨੀਆਂ ਜ਼ਰੂਰੀ ਹੈ। ਹੁਣ ਆਪਾਂ ਨਾਲੰਦਾ ਯੂਨੀਵਰਸਿਟੀ ਬਾਰੇ ਪੜ੍ਹੀਏ। ਦੇਖੋ ਨਾਲੰਦਾ ਯੂਨੀਵਰਸਿਟੀ ਸਿਰਫ ਭਾਰਤ ਵਿੱਚ ਨਹੀਂ, ਦੁਨੀਆ ਭਰ ਵਿੱਚ ਫੇਮਸ ਸੀ। ਇੱਥੇ ਦੁਨੀਆ ਭਰ ਤੋਂ ਲੋਕ ਪੜ੍ਹਨ ਆਉਂਦੇ ਹੁੰਦੇ ਸੀ ਇਸ ਜਗ੍ਹਾ ਤੇ। ਇੱਥੇ ਜੇ ਕਿਸੇ ਨੂੰ ਐਡਮਿਸ਼ਨ ਚਾਹੀਦੀ ਹੈ ਤਾਂ ਐਡਮਿਸ਼ਨ ਹੁੰਦੀ ਸੀ ਇਹਦੇ ਗੇਟ ਕੀਪਰ ਦੇ ਥਰੂ, ਠੀਕ ਹੈ, ਜਿਹੜਾ ਇੱਥੇ ਪਹਿਰੇਦਾਰ ਸੀ, ਗੇਟ ਕੀਪਰ ਸੀ, ਉਹਦੇ ਥਰੂ। ਪਰ ਇਹ ਜੋ ਗੇਟ ਕੀਪਰ ਸੀ, ਅੱਜ ਵਰਗੇ ਗੇਟ ਕੀਪਰ ਨਹੀਂ ਹੁੰਦੇ ਸੀ, ਉੱਥੇ ਰਖਵਾਲੀ ਦਾ ਕੰਮ ਨਹੀਂ ਹੁੰਦਾ ਸੀ। ਇਹ ਗੇਟ ਕੀਪਰ ਹੁੰਦਾ ਸੀ ਜਿਹਨੂੰ ਸਭ ਤੋਂ ਜ਼ਿਆਦਾ ਗਿਆਨ ਹੈ, ਉਹ ਗੇਟ ਦੇ ਬਾਹਰ ਖੜਾ ਹੁੰਦਾ ਸੀ। ਜਿਹੜਾ ਕਿਸੇ ਬੰਦੇ ਨੂੰ ਨਾਲੰਦਾ ਯੂਨੀਵਰਸਿਟੀ ਵਿੱਚ ਐਡਮਿਸ਼ਨ ਚਾਹੀਦੀ ਹੈ, ਉਹ ਬੰਦਾ ਆਊਗਾ, ਜਿਹੜਾ ਹੈ ਗੇਟ ਕੀਪਰ ਇਹ ਕੁਝ ਸਵਾਲ ਪੁੱਛੂਗਾ। ਜੇ ਤਾਂ ਗੇਟ ਕੀਪਰ ਨੂੰ ਲੱਗਿਆ ਕਿ ਹਾਂ ਇਹ ਬੰਦੇ ਨੂੰ ਨੌਲੇਜ ਹੈਗੀ ਹੈ, ਇਹ ਬੰਦਾ ਇੰਟਰਸਟਿਡ ਹੈ ਸਾਰੀ ਚੀਜ਼ਾਂ ਵਿੱਚ, ਤਾਂ ਉਹ ਗੇਟ ਖੁਲਵਾ ਦੂਗਾ ਤੇ ਐਡਮਿਸ਼ਨ ਦੇ ਦੂਗਾ। ਨਹੀਂ ਤਾਂ ਉਹ ਕਹੂਗਾ ਕਿ ਨਹੀਂ, ਤੁਹਾਡੇ 'ਚ ਨਹੀਂ ਹੈਗਾ, ਤੁਸੀਂ ਕੁਝ ਹੋਰ ਕਰੋ, ਇਹ ਸਾਰੀ ਚੀਜ਼ਾਂ ਛੱਡ ਦਿਓ। ਠੀਕ ਹੈ, ਤੇ ਇਸ ਤਰੀਕੇ ਨਾਲ ਇਹਦੇ ਇਲਾਵਾ ਸਾਰਾ ਮਤਲਬ ਜਿਹੜੀ ਇੱਥੇ ਸਾਰਾ ਦਿਨ ਜਿਹੜੀ ਪੜ੍ਹਾਈ ਹੁੰਦੀ ਸੀ, ਦੇਖੋ ਇੱਥੇ ਕੋਈ ਵੀ ਟੀਚਰ ਸਟੂਡੈਂਟ ਵਾਲਾ ਕਨਸੈਪਟ ਨਹੀਂ ਹੁੰਦਾ ਸੀ। ਇੱਥੇ ਸਾਰਾ ਦਿਨ ਡਿਸਕਸ਼ਨਸ ਹੁੰਦੀਆਂ ਸੀ ਤੇ ਡਿਸਕਸ਼ਨਸ ਕਰਕੇ ਵਿਚਾਰ, ਇਹਦਾ ਕੀ ਮਤਲਬ ਹੈ ਕਿ ਸਾਰੇ ਜਣੇ ਇਕੱਠੇ ਬੈਠ ਕੇ, ਮਤਲਬ ਦੇਖੋ ਕਈ ਪੁਰਾਣੇ ਆਏ ਹੋਏ, ਉਹਨਾਂ ਨੂੰ ਜ਼ਿਆਦਾ ਤਜਰਬਾ, ਜਿਹੜੇ ਨਵੇਂ ਆਏ ਆ ਉਹਨਾਂ ਦੇ ਮਨ 'ਚ ਅਜੇ ਬਹੁਤ ਸਾਰੇ ਸਵਾਲ ਹੈ। ਜਿਹਦੇ ਮਨ 'ਚ ਕੋਈ ਵੀ ਸਵਾਲ ਉਹ ਪੁੱਛ ਸਕਦਾ, ਉਹਦਾ ਜਵਾਬ ਜਿਹਨੂੰ ਆਉਂਦਾ ਉਹ ਜਵਾਬ ਦਊਗਾ। ਜੇ ਜਵਾਬ ਕਿਸੇ ਨੇ ਦਿੱਤਾ, ਉਦੋਂ ਬਾਅਦ ਉਹਦੇ ਜਵਾਬ 'ਚੋਂ ਜੇ ਕਿਸੇ ਹੋਰ ਨੂੰ ਕੋਈ ਸਵਾਲ ਆਇਆ ਉਹ ਪੁੱਛ ਸਕਦਾ ਹੈ। ਤਾਂ ਇਦਾਂ ਸਾਰਾ ਦਿਨ ਡਿਸਕਸ਼ਨ ਕਰਕੇ ਕੋਸ਼ਿਸ਼ ਕੀਤੀ ਜਾਂਦੀ ਸੀ ਹਰ ਚੀਜ਼ ਦਾ ਜਵਾਬ ਲੱਭਣ ਦੀ। ਠੀਕ ਹੈ, ਇਹ ਜਿਹੜੀ ਯੂਨੀਵਰਸਿਟੀ ਸੀ ਮਹਾਯਾਨਾ, ਜਿਵੇਂ ਆਪਾਂ ਬੁੱਧਿਜ਼ਮ ਵਿੱਚ ਪੜ੍ਹਿਆ ਸੀ ਕਿ ਬੁੱਧਿਜ਼ਮ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ, ਹੀਨਾਯਾਨਾ, ਮਹਾਯਾਨਾ। ਮਹਾਯਾਨਾ ਬੁੱਧਿਜ਼ਮ ਵਿੱਚ ਇਹ ਯੂਨੀਵਰਸਿਟੀ ਮੇਨਲੀ ਇੱਥੇ ਮਹਾਯਾਨਾ ਬੁੱਧਿਜ਼ਮ ਪੜ੍ਹਾਇਆ ਜਾਂਦਾ ਸੀ। ਗੁਪਤਾ ਸਮਰਾਜ ਦੇ ਟਾਈਮ ਇਹ ਯੂਨੀਵਰਸਿਟੀ ਬਣਾਈ ਗਈ ਸੀ ਤੁਹਾਡੀ, ਤਾਂ ਹੀ ਇਹ ਗੁਪਤਾ ਦੇ ਟਾਈਮ ਆਪਾਂ ਪੜ੍ਹ ਰਹੇ ਹਾਂ। ਠੀਕ ਹੈ, ਤੇ ਇੱਥੇ ਇਹਦੇ ਇਲਾਵਾ ਵੇਦ, ਤਰਕ, ਤੁਹਾਡੇ ਸੰਸਕ੍ਰਿਤ ਦੀ ਵਿਆਕਰਣ ਤੇ ਦਵਾਈਆਂ ਬਾਰੇ ਤੇ ਸੰਖਿਆ ਜਿਹੜੀ ਮੈਥਮੈਟਿਕਸ ਹੈ, ਇਹ ਸਾਰੀ ਚੀਜ਼ਾਂ ਬਾਰੇ ਵੀ ਪੜ੍ਹਾਇਆ ਜਾਂਦਾ ਸੀ ਇਸ ਯੂਨੀਵਰਸਿਟੀ ਦੇ ਅੰਦਰ। ਠੀਕ ਹੈ, ਹੁਣ ਇਹ ਤੋਂ ਬਾਅਦ ਗੱਲ ਕਰੀਏ ਹਰਸ਼ਵਰਧਨ ਦੇ ਬਾਰੇ। ਦੇਖੋ ਹਰਸ਼ਵਰਧਨ ਜਿਹੜਾ ਰੂਲਰ ਸੀ, ਇੱਕ ਟਾਈਮ ਤੇ ਜਿਹੜੇ ਇਹਦੇ ਫਾਦਰ ਸੀ ਉਹ ਗੁਪਤਾਸ ਦੇ ਅੰਡਰ ਕੰਮ ਕਰਦੇ ਰਹੇ। ਅੰਡਰ ਕੰਮ ਕਰਨ ਵਾਲੇ ਲੋਕਾਂ ਨੂੰ ਬੋਲਿਆ ਜਾਂਦਾ ਸਾਮੰਤ। ਦੇਖੋ ਹੁੰਦਾ ਕੀ ਹੈ, ਜਦੋਂ ਇੱਕ ਵੱਡਾ ਰਾਜਾ ਹੁੰਦਾ ਹੈ, ਵੱਡਾ ਰਾਜਾ ਸਾਰਾ ਇਲਾਕਾ ਵੀ ਖੁਦ ਨਹੀਂ ਕੰਟਰੋਲ ਕਰਦਾ ਹੁੰਦਾ ਹੈ ਤੇ ਸਾਰੀ ਫੌਜ ਵੀ ਉਹ ਖੁਦ ਕੰਟਰੋਲ ਨਹੀਂ ਕਰਦਾ। ਉਹ ਕੀ ਕਰਦਾ, ਆਪਣੇ ਇੰਪਾਇਰ ਨੂੰ ਨਾ ਅੱਡ-ਅੱਡ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡ ਦਿੰਦਾ ਹੈ ਤੇ ਇਸ ਇਲਾਕੇ ਨੂੰ ਕੰਟਰੋਲ ਕਰਨ ਲਈ ਉਹ ਇੱਕ-ਇੱਕ ਬੰਦਾ ਅਪਾਇੰਟ ਕਰ ਦਿੰਦਾ ਹੈ, ਜੋ ਇੱਥੋਂ ਦਾ ਇੱਕ ਛੋਟਾ ਰਾਜਾ ਹੋ ਗਿਆ ਇੱਕ ਤਰੀਕੇ ਨਾਲ। ਇਹਨਾਂ ਨੂੰ ਆਪਾਂ ਬੋਲਦੇ ਹਾਂ ਸਾਮੰਤ। ਠੀਕ ਹੈ, ਇੱਥੇ ਅਗਲੇ ਵਿੱਚ ਲਿਖਿਆ ਹੋਇਆ। ਠੀਕ ਹੈ, ਸਾਮੰਤ। ਹੁਣ ਜਿਹੜੇ ਇਹ ਸਾਮੰਤ ਹੈ, ਇਹ ਸਾਮੰਤ ਦਾ ਕੰਮ ਹੁੰਦਾ ਸੀ ਇਸ ਇਲਾਕੇ ਵਿੱਚ ਐਡਮਿਨਿਸਟ੍ਰੇਸ਼ਨ ਵੀ ਇਹਨਾਂ ਨੇ ਚਲਾਣੀ ਹੈ, ਸਾਰੇ ਨਿਯਮ, ਫੈਸਲੇ, ਸਭ ਕੁਝ ਇਹਨਾਂ ਚਲਾਣਾ ਹੈ। ਤੇ ਇਸ ਇਲਾਕੇ ਤੋਂ ਜਿੰਨਾ ਰੈਵਨਿਊ ਵੀ ਆਊਗਾ ਨਾ, ਟੈਕਸ ਵੀ ਆਊਗਾ, ਉਹ ਸਾਰਾ ਵੀ ਇਹੀ ਸਾਮੰਤ ਹੀ ਰੱਖਣਗੇ, ਰਾਜੇ ਨੂੰ ਕੁਝ ਨਹੀਂ ਦੇਣਾ। ਪਰ ਇਹ ਟੈਕਸ ਦੇ ਬਦਲੇ ਇੱਕ ਤਾਂ ਤੁਸੀਂ ਇਸ ਇਲਾਕੇ ਨੂੰ ਸੰਭਾਲ ਕੇ ਰੱਖਣਾ ਹੈ ਤੇ ਦੂਜਾ ਤੁਹਾਨੂੰ ਫੌਜਦਾਰੀ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ, ਯਾਨੀ ਕਿ ਹਰ ਸਾਮੰਤ ਨੂੰ ਬੋਲਿਆ ਜਾਂਦਾ ਸੀ ਕਿ ਦੇਖੋ ਤੁਹਾਡੇ ਇਲਾਕੇ 'ਚ ਇੰਨਾ ਕਰ ਆ ਰਿਹਾ, ਇਸ ਕਾਰਨ ਇਹਦੇ ਬਦਲੇ, ਮਤਲਬ ਹਰ ਡਿਪੈਂਡ ਕਰੂਗਾ ਕਿੰਨਾ ਰੈਵਨਿਊ ਆ ਰਿਹਾ, ਇਹਦੇ ਬਦਲੇ ਤੁਹਾਨੂੰ ਲੈਟਸ ਸਪੋਜ਼ 1000 ਸੈਨਿਕ ਰੱਖਣੇ ਆ, ਠੀਕ ਹੈ, ਤੇ 100 ਘੋੜੇ ਰੱਖਣੇ ਆ। ਠੀਕ ਹੈ, ਕਿਸੇ ਨੂੰ ਕਹਿਤਾ ਤੁਹਾਨੂੰ 500 ਸੈਨਿਕ ਰੱਖਣੇ ਆ ਤੇ 50 ਘੋੜੇ ਰੱਖਣੇ ਆ। ਕਿਸੇ ਨੂੰ ਕਹਿਤਾ ਕਿ ਤੁਸੀਂ ਜੇ ਕਿਸੇ ਜਗ੍ਹਾ ਤੋਂ ਕਰ ਬਹੁਤ ਜ਼ਿਆਦਾ ਆ ਰਿਹਾ, 5000 ਸੈਨਿਕ ਰੱਖਣੇ ਆ ਤੇ 500 ਘੋੜੇ ਰੱਖਣੇ ਆ। ਤੇ ਇਸ ਤਰੀਕੇ ਨਾਲ ਫੌਜ ਅੱਡ-ਅੱਡ ਹਿੱਸਿਆਂ ਵਿੱਚ ਵੰਡੀ ਪਈ ਹੁੰਦੀ ਸੀ।
ਜਦ ਵੀ ਰਾਜੇ ਨੇ ਕਿਸੇ ਵੀ ਲੜਾਈ ਤੇ ਜਾਣਾ, ਯੁੱਧ ਤੇ ਜਾਣਾ, ਉਹ ਆਪਣੇ ਸਾਰੇ ਸਮੰਥ ਨੂੰ ਕਹਿ ਦਿੰਦਾ ਸੀ ਕਿ ਆ ਜਾਓ ਆਪਾਂ ਲੜਾਈ ਤੇ ਜਾਣਾ, ਤੇ ਉਹ ਆਪਣੀ ਆਪਣੀ ਸੈਨਾ ਲੈ ਕੇ ਆਉਂਦੇ ਸੀ ਤੇ ਫਿਰ ਲੜਾਈ ਤੇ ਉਹ ਚਲੇ ਜਾਂਦੇ ਸੀ। ਇਸ ਤਰੀਕੇ ਨਾਲ ਸੈਨਾ ਮੇਨਟੇਨ ਕਰਨਾ, ਦੇਖੋ ਫਿਰ ਰਾਜੇ ਨੂੰ ਨਾ ਸੈਲਰੀਜ਼ ਦੇਣੀਆਂ ਪੈਂਦੀਆਂ ਸੀ, ਇਹਨਾਂ ਦੀ ਜ਼ਿੰਮੇਵਾਰੀ ਹੈ ਅੱਗੇ ਫੌਜੀਆਂ ਨੂੰ ਸੈਲਰੀ ਵੀ ਦੇਣਾ ਤੇ ਉਹਨਾਂ ਨੂੰ ਮੇਨਟੇਨ ਕਰਕੇ ਵੀ ਰੱਖਣਾ। ਇੱਥੋਂ ਜਿੰਨਾ ਕਰ ਆਇਆ ਉਹ ਸਾਮੰਤ ਆਪਣਾ ਵੀ ਲਾਈਫ ਸਟਾਈਲ ਚਲਾਉਣਗੇ, ਆਪਣਾ ਐਡਮਿਨਿਸਟ੍ਰੇਸ਼ਨ ਵੀ ਚਲਾਉਣਗੇ ਤੇ ਫੌਜ ਵੀ ਮੇਨਟੇਨ ਕਰਕੇ ਰੱਖਣਗੇ। ਇਸ ਤਰੀਕੇ ਨਾਲ ਇਹ ਤੁਹਾਡਾ ਸਾਰਾ ਦਾ ਸਾਰਾ ਇੰਡੀਆ ਵਿੱਚ ਸਿਸਟਮ ਚੱਲਦਾ ਹੁੰਦਾ ਸੀ। ਜ਼ਿਆਦਾਤਰ ਰਾਜੇ ਤੁਹਾਡੇ ਕੈਸ਼ ਵਿੱਚ ਸੈਲਰੀ ਨਹੀਂ ਦਿੰਦੇ ਸੀ, ਬਸ ਜ਼ਮੀਨ ਅਲਾਟ ਕਰ ਦਿੰਦੇ ਸੀ। ਹਰਸ਼ਵਰਧਨ ਵੀ ਇਦਾਂ ਕੰਮ ਕਰਦਾ ਸੀ, ਠੀਕ ਹੈ। ਦੇਖੋ ਹਰਸ਼ਵਰਧਨ ਦੀ ਸਾਊਥ ਇੰਡੀਆ ਪਾਸੇ ਜਿਹੜੀ ਮਤਲਬ ਸੈਂਟਰਲ ਇੰਡੀਆ ਤੱਕ ਇਹਦਾ ਕਿੰਗਡਮ ਰਿਹਾ, ਨਰਮਦਾ ਨਦੀ ਇਹਦੀ ਬਾਰਡਰ ਬਣ ਚੁੱਕੀ ਸੀ ਇਹਦੇ ਇੰਪਾਇਰ ਦੀ, ਮਤਲਬ ਸੈਂਟਰਲ ਇੰਡੀਆ ਤੱਕ ਨਰਮਦਾ ਨਦੀ ਤੱਕ ਇਹਦਾ। ਉਹਦਾ ਮੇਨ ਕਾਰਨ ਸੀਗਾ ਪੁਲਾਕੇਸੀਨ ਦੂਜਾ, ਨੰਬਰ 2, ਠੀਕ ਹੈ। ਪੁਲਾਕੇਸੀਨ 2 ਜਿਹੜਾ ਸੀਗਾ ਇਹ ਥੋੜੇ ਸਾਊਥ ਇੰਡੀਆ ਵਿੱਚ ਰੂਲਰ ਸੀ, ਇਹ ਚਾਲੁਕਿਆਸ ਦਾ ਰੂਲਰ ਸੀਗਾ ਤੇ ਇਹ ਦੋਨਾਂ ਵਿੱਚ ਆਪਸ ਲੜਾਈ ਹੋਈ ਸੀ ਤੇ ਪੁਲਾਕੇਸੀਨ ਜਿੱਤਿਆ ਸੀ। ਦੇਖੋ ਪੁਲਾਕੇਸੀਨ ਤੇ ਹੋਰ ਜਿਹੜੇ ਥੋੜੇ ਸਾਊਥ ਇੰਡੀਆ ਦੇ ਰੂਲਰ ਹੈ ਨਾ, ਐਨਸੀਆਰਟੀਜ਼ ਵਿੱਚ ਇਹਨਾਂ ਦੇ ਬਾਰੇ ਤਾਂ ਇੱਕ ਇੱਕ ਲਾਈਨ ਵਿੱਚ ਹੀ ਖਤਮ ਕਰਤੀ ਹੈ ਗੱਲ। ਜਿਹੜਾ ਤੁਹਾਡਾ ਵੈਬਸਾਈਟ ਤੇ ਨਾਲ ਥੋੜਾ ਐਕਸਟਰਾ ਪੜ੍ਹਨ ਲਈ ਮਟੀਰੀਅਲ ਹੈ, ਉੱਥੇ ਥੋੜੀ ਜਿਹੀ ਅਸੀਂ ਸਾਰੇ ਚੈਪਟਰ ਜਿੰਨੇ ਵੀ ਹੈਗੇ ਅਸੀਂ ਐਕਸਟਰਾ ਡਿਟੇਲਸ ਵੀ ਲਿਖੀਆਂ ਤਾਂ ਕਿ ਤੁਹਾਨੂੰ ਬੁੱਕ ਤੋਂ ਐਨਸੀਆਰਟੀਜ਼ ਤੋਂ ਵੀ ਜ਼ਿਆਦਾ ਨੌਲੇਜ ਮਿਲੇ। ਇਵਨ ਜਿਹੜੀ ਆਪਣੀ ਖੁਦ ਦੀਆਂ ਜਿਸਟ ਹੈ ਸਾਡੀਆਂ, ਉਹਦੇ ਅੰਦਰ ਵੀ ਐਕਸਟਰਾ ਇਨਫੋਰਮੇਸ਼ਨ ਦਿੱਤੀ ਹੈ ਕਿ ਸਿਰਫ ਐਨਸੀਆਰਟੀਜ਼ ਨਹੀਂ, ਐਨਸੀਆਰਟੀਜ਼ ਤੋਂ ਜ਼ਿਆਦਾ ਹੀ ਤੁਹਾਨੂੰ ਨੌਲੇਜ ਮਿਲੇ। ਤੇ ਜਿਹੜਾ ਪੁਲਾਕੇਸੀਨ 2 ਸੀ, ਇਹ ਦੋਨਾਂ ਦੀ ਲੜਾਈ ਹੋਈ। ਪੁਲਾਕੇਸੀਨ ਨਾ ਹਿਸਟਰੀ ਵਿੱਚ ਫੇਮਸ ਹੈ, ਇਹਨੇ ਨਾ ਆਪਣੀ ਪੂਰੀ ਜ਼ਿੰਦਗੀ 200 ਲੜਾਈਆਂ ਲੜੀਆਂ, ਉਹ ਚੋਂ 199 ਇਸ ਬੰਦੇ ਨੇ ਨਾ ਜਿੱਤੀਆਂ। ਜਿਹੜੀ ਲਾਸਟ ਲੜਾਈ ਸੀ, ਇੱਕ ਹੋਰ ਸਾਊਥ ਇੰਡੀਅਨ ਰੂਲਰ ਸੀਗੇ ਨਾਰਾਸਿਮਾ ਵਰਮਨ, ਉਹ ਪੱਲਵਾ ਇੱਕ ਕਿੰਗਡਮ ਸੀਗਾ, ਉਹਨਾਂ ਦੇ ਰੂਲਰ ਸੀਗੇ। ਉਹਨਾਂ ਨੇ ਆਖਰੀ ਲੜਾਈ 'ਚ ਆਪਣੇ ਫਾਦਰ ਦਾ ਬਦਲਾ ਲੈਂਦੇ ਹੋਏ ਪੁਲਾਕੇਸੀਨ ਨੂੰ ਮਾਰਤਾ, ਮਤਲਬ ਹਰਾਇਆ ਤੇ ਮਾਰਤਾ। ਤਾਂ 200 ਬੈਟਲ ਨਹੀਂ ਉਹ ਜਿੱਤ ਪਾਏ, ਪਰ 199 ਬੈਟਲ ਆਪਣੀ ਲੜਾਈ, ਆਪਣੀ ਪੂਰੀ ਜ਼ਿੰਦਗੀ ਜਿੱਤਣਾ ਬਹੁਤ ਵੱਡੀ ਅਚੀਵਮੈਂਟ ਹੈ ਪੁਲਾਕੇਸੀਨ ਨੇ ਅਚੀਵ ਕੀਤੀ ਹੈ। ਆਪਣੀ ਹਿਸਟਰੀ ਦੀ ਬੁੱਕਸ ਇਸ ਚੀਜ਼ ਨੂੰ ਜਸਟੀਫਾਈ ਨਹੀਂ ਕਰਦੀਆਂ ਜਿੰਨੀਆਂ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ, ਠੀਕ ਹੈ। ਹੁਣ ਜਿਹੜੀ ਇਹ ਸਾਰੀ ਦੀ ਸਾਰੀ ਇਨਫੋਰਮੇਸ਼ਨ ਹੈ, ਇੱਕ ਮਿੰਟ, ਠੀਕ ਹੈ। ਇਹ ਸਾਰੀ ਦੀ ਸਾਰੀ ਚੀਜ਼ ਆਪਾਂ ਨੂੰ ਯਾਦ ਰੱਖਣੀ ਹੈ। ਹੁਣ ਇਹਦੇ ਇਲਾਵਾ ਦੇਖੋ ਹਰਸ਼ਾ ਦੀ ਰਾਜਨੀਤੀ ਬਾਰੇ ਗੱਲ ਕਰੀਏ ਤੇ ਹਰਸ਼ਾ ਦੀ ਰਾਜਨੀਤੀ ਵਿੱਚ ਦੇਖੋ ਆਹ ਅੱਡ-ਅੱਡ ਇੱਥੇ ਪੋਸਟਾਂ ਦਿੱਤੀਆਂ ਹੋਈਆਂ, ਠੀਕ ਹੈ। ਦੇਖੋ ਹਰਸ਼ਾ ਨੇ ਵੈਸੇ ਜਿਹੜੀ ਪੂਰੀ ਰਾਜਨੀਤੀ ਦੀ ਸਾਰੀ ਚੀਜ਼ ਬਣਾਈ ਸੀ, ਉਹ ਜ਼ਿਆਦਾਤਰ ਖਾਨਦਾਨੀ ਪੋਸਟਾਂ ਹੀ ਸੀ। ਜਿਹੜਾ ਬੰਦਾ ਜਿਹੜੇ ਪੋਸਟ ਤੇ ਆ ਉਸੇ ਇੱਕ ਪਰਿਵਾਰ ਨੂੰ ਹੀ ਮਿਲ ਜਾਂਦੀ ਸੀ, ਫਿਰ ਉਹਦਾ ਬੇਟਾ ਅੱਗੇ ਇਦਾਂ ਹੀ ਚੱਲਦੇ ਰਹੇ ਆ। ਦੇਖੋ ਇੱਥੇ ਨਾ ਮੈਂ ਇੱਕ ਚੀਜ਼ ਤੁਹਾਨੂੰ ਸਿਖਾਉਣਾ ਚਾਹਨਾ, ਅੱਡ-ਅੱਡ ਪੋਸਟਾਂ ਦੇ ਨਾਮ ਤੇ ਲਿਖੇ ਹੋਏ ਆ, ਆਪਾਂ ਪਹਿਲਾਂ ਪੜ੍ਹੇ ਆ। ਜਦ ਵੀ ਤੁਸੀਂ ਸਾਰੀਆਂ ਪੋਸਟਾਂ ਤੇ ਸਭ ਕੁਝ ਪੜੋ ਨਾ, ਇਹ ਸ਼ਬਦਾਂ ਨੂੰ ਕੋਸ਼ਿਸ਼ ਕਰੋ 2 ਜਾਂ 3 ਹਿੱਸਿਆਂ ਵਿੱਚ ਤੋੜ ਕੇ ਪੜੋ। ਇਹਦੇ ਨਾਲ ਕੀ ਹੋਊਗਾ, ਇੱਕ ਤਾਂ ਦੇਖੋ ਪੇਪਰ ਵਿੱਚ ਜਦ ਵੀ ਕੋਈ ਵੀ ਤੁਹਾਨੂੰ ਜੇ ਵਰਡ ਆ ਗਿਆ, ਤੁਹਾਨੂੰ ਹਮੇਸ਼ਾ ਕਿਤੇ ਨਾ ਗੈਸ ਕਰਨਾ ਥੋੜਾ ਆਸਾਨ ਹੋ ਜਾਂਦਾ। ਜਦ ਵੀ ਤੁਹਾਨੂੰ ਪੇਪਰ ਲੈਟਸ ਸਪੋਜ਼ ਕੋਈ ਵਰਡ ਆ ਗਿਆ ਜਿਹਦਾ ਮਤਲਬ ਨਹੀਂ ਪਤਾ, ਜੇ ਉਹਨੂੰ ਤੋੜ ਕੇ ਉਸ ਟਾਈਮ ਦੇਖੋਗੇ ਨਾ, ਮਹਾਦੰਡ ਨਾਇਕ, ਤਾਂ ਦੰਡ ਦਾ ਮਤਲਬ ਸਜ਼ਾ ਹੁੰਦਾ ਤੇ ਨਾਇਕ ਦਾ ਮਤਲਬ ਸਜ਼ਾ ਦੇਣ ਵਾਲਾ। ਤਾਂ ਉਹ ਤੋਂ ਗੈਸ ਕਰਨਾ, ਜਿਹੜੇ ਤੁਹਾਡੇ ਪੇਪਰ 4 ਆਪਸ਼ਨ ਹੁੰਦੇ ਆ ਨਾ, ABCD, ਠੀਕ ਹੈ, ਇੱਥੋਂ ਗੈਸ ਕਰਨਾ ਤੁਹਾਨੂੰ ਸੌਖਾ ਹੋ ਜਾਊਗਾ ਕਿ ਅੱਛਾ ਇਹਦੇ ਵਿੱਚੋਂ ਕਿਹੜਾ ਆਪਸ਼ਨ ਹੈ, ਠੀਕ ਹੈ। ਤਾਂ ਸ਼ਬਦਾਂ ਨੂੰ ਹਮੇਸ਼ਾ ਤੋੜ ਕੇ, ਤੇ ਜਦੋਂ ਤੁਸੀਂ ਯਾਦ ਵੀ ਕਰੋਗੇ ਉਦੋਂ ਵੀ ਤੁਹਾਡੇ ਲਈ ਬੈਨੀਫੀਸ਼ੀਅਲ ਹੈ ਕਿ ਜਦੋਂ ਤੁਸੀਂ ਅਮੱਤਿਆ ਜਿਵੇਂ ਵਰਡ ਪੜਿਆ, ਅਮੱਤਿਆ ਦੇ ਨਾਲ ਜਦੋਂ ਤੁਸੀਂ ਇੱਥੇ ਪੜ ਰਹੇ ਹੋ, ਤੁਸੀਂ ਪੜ ਰਹੇ ਹੋ ਕਿ ਅੱਛਾ ਮੰਤਰੀ ਲਿਖਿਆ ਹੋਇਆ। ਹੁਣ ਪੇਪਰ ਵਿੱਚ ਕੋਈ ਵਰਡ ਆ ਗਿਆ ਜਿਹਦੇ ਅੰਦਰ ਅਮੱਤਿਆ ਲਿਖਿਆ ਹੋਇਆ, ਉੱਥੇ ਤੁਸੀਂ ਗੈਸ ਕਰ ਪਾਓਗੇ ਯਾਰ ਮੈਂ ਇਦਾਂ ਹੀ ਕੋਈ ਵਰਡ ਪੜਿਆ ਸੀ, ਉੱਥੇ ਅਮੱਤਿਆ ਦੇ ਨਾਲ ਮੰਤਰੀ ਲਿਖਿਆ ਸੀ, ਤਾਂ ਇੱਥੇ ਚਾਰੋਂ ਆਪਸ਼ਨਸ ਵਿੱਚ ਮੰਤਰੀ ਕਿੱਥੇ ਆ। ਇਹਨੂੰ ਹੀ ਕਹਿੰਦੇ ਆ ਪੇਪਰ ਵਿੱਚ ਸਮਾਰਟ ਗੈਸ ਕਰਨਾ, ਕਿ ਇਸ ਤਰੀਕੇ ਨਾਲ ਪੇਪਰ 'ਚ ਗੈਸ ਕਰੀਦਾ ਹੁੰਦਾ। ਤੇ ਇਸ ਚੀਜ਼ ਨੂੰ ਯਾਦ ਰੱਖਿਓ, ਤਕਨੀਕ ਪੇਪਰ ਵਿੱਚ ਬਹੁਤ ਜ਼ਿਆਦਾ ਕੰਮ ਆਉਂਦੀ ਹੈ। ਤਾਂ ਸਾਰੇ ਇਸ ਤਰੀਕੇ ਨਾਲ ਤੁਸੀਂ ਆਹ ਸਾਰੇ ਸ਼ਬਦ ਇੱਥੋਂ ਪੜ੍ਹ ਲੈਣੇ ਆ। ਤੇ ਇਹ ਸੀਗਾ ਅੱਜ ਦਾ ਲੈਕਚਰ। ਮੈਂ ਦੇ ਅਗਲੇ ਲੈਕਚਰ, ਥੈਂਕ ਯੂ।